ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਰਾਜਵੀਰ ਸਿੰਘ ਜੀ, ਤੁਸੀਂ ਦੇਖ ਰਹੇ ਹੋ ਡੇਲੀ ਸਿੱਖ ਸਟੋਰੀ। ਅੱਜ ਅਸੀਂ ਪਹੁੰਚੇ ਹਾਂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਾਉਂਟਾ ਸਾਹਿਬ ਵਿਖੇ। ਇਸ ਸਥਾਨ 'ਤੇ ਗੁਰੂ ਸਾਹਿਬ ਨੇ ਤਕਰੀਬਨ 4.5 ਸਾਲ ਦਾ ਸਮਾਂ ਬਤੀਤ ਕੀਤਾ ਜੀ। ਅਤੇ ਇਸ ਸਥਾਨ ਤੋਂ ਮਹਾਰਾਜ ਜੀ ਨੇ 4 ਗੁਰਬਾਣੀਆਂ ਚਾਰੀਆਂ ਅਤੇ ਇਸ ਸਥਾਨ 'ਤੇ ਹੀ ਮਹਾਰਾਜ ਜੀ ਨੇ ਪਹਿਲੇ ਧਰਮ ਯੁੱਧ ਮੋਰਚੇ ਦਾ ਆਰੰਭ ਕੀਤਾ। ਸੋ ਆਪ ਜੀ ਵੀਡੀਓ ਨਾਲ ਬਣੇ ਰਹੋ ਜੀ ਅਤੇ ਆਪ ਜੀ ਨੂੰ ਇਤਿਹਾਸ ਸਰਵਣ ਕਰਵਾਉਂਦੇ ਹਾਂ ਜੀ ਇੱਥੋਂ ਦੇ ਮੈਨੇਜਰ ਸਾਹਿਬ ਬਾਬਾ ਕੁਲਦੀਪ ਸਿੰਘ ਜੀ ਉਹਨਾਂ ਪਾਸੋਂ। ਮੁੱਖ ਤੌਰ 'ਤੇ ਚੋਣਵੇਂ ਸ਼ਬਦਾਂ ਵਿੱਚ ਇਤਿਹਾਸ ਦੀ ਗੱਲ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੀ ਉਪਮਾ ਕਰਨੀ ਬੜੀ ਮੁਸ਼ਕਲ ਹੈ। ਔਰ ਫਿਰ ਮਹਾਰਾਜ ਸਾਹਿਬ ਜੀ ਦੀ ਇਤਨੀ ਬਖਸ਼ਿਸ਼ ਹੋਵੇ ਤਾਂ ਹੀ ਅਸੀਂ ਕਰ ਸਕਦੇ ਹਾਂ, ਤਾਂ ਹੀ ਅਸੀਂ ਸਰਵਣ ਕਰ ਸਕਦੇ ਹਾਂ। ਇਸ ਕਰਕੇ ਆਪ ਜੀ ਨੇ 5-10 ਮਿੰਟ ਹੋਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪਣੀ ਬਿਰਤੀ ਇਕਾਗਰ ਕਰਨੀ ਹੈ। ਜਿਸ ਸਥਾਨ 'ਤੇ ਤੁਸੀਂ ਸੁਭਾਇਮਾਨ ਹੋ, ਇਹ ਸਥਾਨ ਸਾਰੇ ਸੰਸਾਰ ਵਿੱਚ ਵਿਸ਼ੇਸ਼ ਮਾਨਤਾ ਇਸ ਕਰਕੇ ਰੱਖਦਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਅਨੰਦਪੁਰ ਸਾਹਿਬ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਸੁਭਾਇਮਾਨ ਸਨ, ਉਹਨਾਂ ਦੀ ਚਰਨ ਛੋਹ ਪ੍ਰਾਪਤ ਹੈ। 337 ਸਾਲ ਪਹਿਲਾਂ ਹੈ ਇਹ ਜੰਗਲ ਬਿਆਬਾਨ, ਪਰ ਹੈ ਤੇ ਨਾਮ ਤੇ ਰਾਜੀ ਦੀ ਰਿਆਸਤ ਦਾ ਹਿੱਸਾ। ਨਾਮ ਇੱਥੋਂ 48 ਕਿਲੋਮੀਟਰ ਦੀ ਦੂਰੀ ਤੇ ਹੈ। ਅੱਜ ਡਿਸਟ੍ਰਿਕਟ ਹੈਡਕੁਆਟਰ ਹੈ ਜਿੱਥੇ ਤੁਸੀਂ ਬੈਠੇ ਹੋ। ਇਹ ਪਾਉਂਟਾ ਸਾਹਿਬ ਤਹਿਸੀਲ ਹੈ। ਬੇਸ਼ੱਕ 337 ਸਾਲ ਪਹਿਲਾਂ ਜੰਗਲ ਬਿਆਬਾਨ ਹੈ, ਪਰ ਦਰਿਆ ਜਮਨਾ ਪਾਰ ਦੇ ਰਾਜੇ ਬਾਈਦਾ ਤੇ ਔਰੰਗਜ਼ੇਬ ਦੀਆਂ ਫੌਜਾਂ ਮਿਲ ਕੇ ਇਸ ਰਿਆਸਤ ਨੂੰ ਨਾਮ ਦੇ ਰਾਜਾ ਜਿਸ ਦਾ ਨਾਮ ਮਹਾਰਾਜਾ ਬੇਦਨੀ ਪ੍ਰਕਾਸ਼ ਹੈ, ਉਸ ਸਮੇਂ 337 ਸਾਲ ਪਹਿਲਾਂ ਉਸਦੀ ਇਸ ਰਿਆਸਤ ਨੂੰ ਧੱਕੇ ਨਾਲ ਖੋਈ ਜਾ ਰਹੇ ਨੇ ਕਿ ਰਾਜਾ ਕਮਜ਼ੋਰ ਹੈ। ਨਾਮ ਦੇ ਰਾਜੇ ਨੂੰ ਫਿਕਰ ਹੋ ਗਿਆ, ਜੇ ਮੈਂ ਪ੍ਰਬੰਧ ਨਾ ਕੀਤਾ ਇਹ ਮੇਰੀ ਸਾਰੀ ਰਿਆਸਤ ਖੋ ਕੇ ਲੈ ਜਾਣਗੇ। ਤਾਂ ਨਾਮ ਦੇ ਰਾਜੇ ਨੇ ਆਪਣੇ ਵਜ਼ੀਰਾਂ ਨਾਲ ਸਲਾਹ ਕੀਤੀ ਕਿ ਸਾਨੂੰ ਕੀ ਕਰਨਾ ਚਾਹੀਦਾ। ਵਜ਼ੀਰਾਂ ਨੇ ਕਿਹਾ, ਰਾਜਾ ਇਸ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਸੁਭਾਇਮਾਨ ਹਨ। ਚੋਜੀ ਖੇਡਾਂ ਵਰਤਾ ਰਹੇ ਹਨ, ਊਚ ਨੀਚ ਦਾ ਵਿਤਕਰਾ ਖਤਮ ਕਰ ਰਹੇ ਹਨ। ਇੱਕੋ ਪੰਗਤ ਤੇ ਸੰਗਤ ਵੀ ਸਭ ਨੂੰ ਬਿਠਾਉਂਦੇ ਹਨ। ਅਨੰਦਪੁਰ ਸਾਹਿਬ ਦਰਬਾਰ ਦੀ ਸ਼ੋਭਾ ਬੜੀ ਭਾਰੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਭਾਇਮਾਨ ਹਨ। ਔਰ ਉਹਨਾਂ ਬਾਰੇ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕਿਸੇ ਤੇ ਵੀ ਅਨਿਆਏ ਹੋ ਰਿਹਾ ਹੋਵੇ ਉਹ ਬਰਦਾਸ਼ਤ ਨਹੀਂ ਕਰਦੇ। ਤੋ ਸਾਡੇ ਤੇ ਵੀ ਅਨਿਆਏ ਹੋ ਰਿਹਾ ਹੈ। ਬਾਈ ਧਾਰ ਦੇ ਰਾਜੇ ਤੇ ਔਰੰਗਜ਼ੇਬ ਦੀਆਂ ਫੌਜਾਂ ਸਾਡੀ ਰਿਆਸਤ ਨੂੰ ਧੱਕੇ ਨਾਲ ਖੋਈ ਜਾ ਰਹੀਆਂ। ਸਾਨੂੰ ਉਹਨਾਂ ਪਾਸ ਜਾ ਕੇ ਬੇਨਤੀ ਕਰਨੀ ਚਾਹੀਦੀ ਹੈ। ਰਾਜਾ ਬੇਦਨੀ ਪ੍ਰਕਾਸ਼ ਬੇਨਤੀ ਜੋ ਸਲਾਹ ਵਜ਼ੀਰਾਂ ਨੇ ਦਿੱਤੀ ਉਹ ਮੰਨ ਲਈ। ਸਿਪਾਹ ਸਾਲਾਰ ਅਨੰਦਪੁਰ ਸਾਹਿਬ ਭੇਜ ਦਿੱਤੇ। ਉਹਨਾਂ ਨੇ ਜਾ ਕੇ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਨੂੰ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੇਨਤੀ ਸੁਣੀ ਤੇ ਮਹਾਰਾਜ ਫਿਰ ਉਸ ਗੱਲ ਦਾ ਜ਼ਿਕਰ ਕਰਦੇ ਹਨ ਜਦੋਂ ਆਪ ਜੀ ਹੇਮਕੁੰਟ ਸਾਹਿਬ ਦੇ ਪਰਬਤ ਤੇ ਬੈਠ ਕੇ ਤਪ ਕਰ ਰਹੇ ਹਨ। ਉੱਥੇ ਉਹਨਾਂ ਦਾ ਨਾਮ ਦੁਸ਼ਟ ਦਮਨ ਹੈ। ਉਹ ਆਪਣੀ ਜੀਵਨ ਕਥਾ ਵਿੱਚ ਲਿਖਦੇ ਹਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਜੀਵਨ ਕਥਾ ਆਪ ਲਿਖੀ ਹੈ, ਜਿਸ ਨੂੰ ਬਚਿੱਤਰ ਨਾਟਕ ਕਹਿੰਦੇ ਹਨ, ਜਿਸ ਨੂੰ ਆਟੋਬਾਇਓਗ੍ਰਾਫੀ ਆਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ, ਜਿਸ ਨੂੰ ਅਸੀਂ ਗੁਰੂ ਜੀ ਦੀ ਜੀਵਨ ਕਥਾ ਕਹਿੰਦੇ ਹਾਂ। ਮਹਾਰਾਜ ਨੇ ਪਿਛਲੇ ਜੀਵਨ ਦੀ ਵੀ ਕਥਾ ਲਿਖੀ ਹੈ, ਹੋਰ ਕੋਈ ਨਹੀਂ ਲਿਖ ਸਕਿਆ। ਨਾ ਆਪ ਜੀ ਨੂੰ ਪਿਛਲਾ ਜੀਵਨ ਪਤਾ ਹੈ, ਨਾ ਸਾਨੂੰ ਪਤਾ ਹੈ। ਕਲਗੀਧਰ ਪਾਤਸ਼ਾਹ ਜੀ ਨੂੰ ਪਤਾ ਹੈ ਕਿ ਉਹ ਪਿਛਲੇ ਜੀਵਨ ਵਿੱਚ ਕਿੱਥੇ ਸਨ। ਮਹਾਰਾਜ ਲਿਖਦੇ ਹਨ, ਪਿਛਲੇ ਜੀਵਨ ਵਿੱਚ ਅਸੀਂ ਹੇਮਕੁੰਟ ਸਾਹਿਬ ਦੇ ਪਰਬਤ ਤੇ ਬੈਠ ਕੇ ਤਪ ਕਰ ਰਹੇ ਸਾਂ ਔਰ ਸਾਡੇ ਨਾਲ ਹੋਰ ਵੀ ਰਿਸ਼ੀ ਮੁਨੀ ਬੈਠੇ ਹੋਏ ਸਨ, ਪਰ ਸਾਡੇ ਤਪ ਤੋਂ ਪ੍ਰਸੰਨ ਹੋ ਕੇ ਅਕਾਲ ਪੁਰਖ ਪ੍ਰਗਟ ਹੋ ਗਏ ਸਨ। ਜਦੋਂ ਅਕਾਲ ਪੁਰਖ ਪ੍ਰਗਟ ਹੋਏ ਤੇ ਕਹਿਣ ਲੱਗੇ, ਦੁਸ਼ਟ ਦਮਨ, ਕਿਉਂਕਿ ਮਹਾਰਾਜ ਦਾ ਉਸ ਵਕਤ ਨਾਮ ਦੁਸ਼ਟ ਦਮਨ ਹੈ, ਤੁਸੀਂ ਬੜੇ ਵੱਡੇ ਤਪਸਵੀ ਹੋ, ਤੁਹਾਡੇ ਵਰਗਾ ਕੋਈ ਤਪ ਕਰ ਨਹੀਂ ਸਕਦਾ। ਭਾਵੇਂ ਹੋਰ ਵੀ ਰਿਸ਼ੀ ਮੁਨੀ ਬੈਠੇ ਹਨ, ਤੁਸੀਂ ਤੇ ਸ਼੍ਰੋਮਣੀ ਭਗਤ ਹੋ। ਮਹਾਰਾਜ ਜੀਵਨ ਕਥਾ ਵਿੱਚ ਲਿਖਦੇ ਹਨ, ਮੈਨੂੰ ਸ਼੍ਰੋਮਣੀ ਭਗਤ ਦਾ ਰੁਤਬਾ ਦੇ ਦਿੱਤਾ ਅਕਾਲ ਪੁਰਖ ਨੇ, ਪਰ ਨਾਲ ਇੱਕ ਬਚਨ ਹੋਰ ਕਹਿ ਦਿੱਤਾ ਕਿ ਹੁਣ ਤੁਸੀਂ ਜਾ ਕੇ ਮਾਤ ਲੋਕ ਦੀ ਸੇਵਾ ਕਰੋ। ਇੱਥੇ ਆਪ ਜੀ ਦਾ ਸਮਾਂ ਭਗਤੀ ਦਾ ਸਮਾਪਤ ਹੋ ਚੁੱਕਾ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੇਰਾ ਦਿਲ ਨਹੀਂ ਸੀ ਕਰਦਾ ਮਾਤ ਲੋਕੀ ਜਾਣ ਦਾ। ਮੈਂ ਅਕਾਲ ਪੁਰਖ ਨੂੰ ਕਿਹਾ ਮੈਨੂੰ ਆਪਣੇ ਚਰਨਾਂ ਵਿੱਚ ਬੈਠ ਕੇ ਇੱਥੇ ਹੋਰ ਭਜਨ ਬੰਦਗੀ ਕਰ ਲੈਣ ਦਿਓ। ਮਹਾਰਾਜ ਜਿਸ ਗੱਲ ਨੂੰ ਇਸ਼ਾਰਾ ਨਾਲ ਜ਼ਿਕਰ ਕਰਦੇ ਹਨ, ਸ਼ਬਦ ਜੋ ਉਚਾਰਨ ਕੀਤਾ ਕਿ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜੈ ਵਿਦ ਮੁਆਨੋ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸਿੰਘ ਸੋਭਤ ਹੈ ਤਹਾਂ, ਜਿੱਥੇ 7 ਪਹਾੜਾਂ ਵਾਲਾ ਪਹਾੜ ਸੁਸ਼ੋਭਤ ਹੈ।
ਸਪਤ ਸਿੰਘ ਤੈ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਮਾਵਾ। ਉਸ ਸਥਾਨ ਤੇ ਜਿੱਥੇ ਪਾਂਡਵਾਂ ਦੇ ਪਿਤਾ ਜੀ ਨੇ ਵੀ ਬੈਠ ਕੇ ਤਪ ਕੀਤਾ, ਪੰਡ ਰਾਜ ਪਾਂਡਵਾਂ ਦੇ ਪਿਤਾ ਜੀ ਦਾ ਨਾਮ। ਮਹਾਰਾਜ ਕਹਿੰਦੇ ਤੈ ਹਾਂ ਮਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਆਰਾਧੀ। ਉੱਥੇ ਬੈਠ ਕੇ ਅਸੀਂ ਬੜਾ ਭਾਰੀ ਤਪ ਕੀਤਾ, ਉਸ ਅਕਾਲ ਪੁਰਖ ਦੀ ਆਰਾਧਨਾ ਕੀਤੀ ਜਿਹੜੇ ਸਾਰੇ ਕਾਲਾਂ ਨੂੰ ਕੰਟਰੋਲ ਕਰਦਾ ਹੈ। ਤੇ ਜਦੋਂ ਆਰਾਧਨਾ ਕੀਤੀ ਫਿਰ ਹੋਇਆ ਕਿ ਇਹ ਵਿਦ ਕਰਤ ਤਪੱਸਿਆ ਭਇਓ ਦ્વੈਤੇ ਏਕ ਰੂਪ ਹੋਏ ਗਏ। ਇਤਨਾ ਤਪ ਕੀਤਾ ਕਿ ਸਾਡੇ ਵਿੱਚ ਪ੍ਰਭੂ ਪਰਮੇਸ਼ਵਰ ਵਿੱਚ ਕੋਈ ਅੰਤਰ ਨਾ ਰਿਹਾ। ਜਿਹੜੀ ਜੋਤ ਅਕਾਲ ਪੁਰਖ ਦੇ ਅੰਦਰ ਪ੍ਰਵੇਸ਼ ਕਰਦੀ ਸੀ ਉਹ ਸਾਡੇ ਅੰਦਰ ਪ੍ਰਵੇਸ਼ ਕਰ ਗਈ। ਤੇ ਫਿਰ ਜਦੋਂ ਸਾਨੂੰ ਅਕਾਲ ਪੁਰਖ ਕਹਿਣ ਲੱਗੇ ਜਾਓ ਮਾਤ ਲੋਕ ਦੀ ਸੇਵਾ ਕਰੋ, ਤੇ ਫਿਰ ਬਾਰੇ ਲਿਖਦੇ ਨੇ ਕਿ ਚਿਤ ਨਾ ਭਇਓ ਹਮਰੋ ਆਵਨ ਕਹਿ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੇਂ। ਸਾਡਾ ਦਿਲ ਨਹੀਂ ਸੀ ਕਰਦਾ, ਪਰ ਗੁਰੂ ਜੀ ਲਿਖਦੇ ਹਨ ਅਖੀਰ ਵਿੱਚ ਇਸ ਸ਼ਬਦ ਦੇ ਕਿ ਜਿਮ ਤਿਮ ਪ੍ਰਭ ਹਮਕੋ ਸਮਝਾਇਓ ਇਮ ਕਹਿ ਕੇ ਲੋਕ ਬਿਠਾਇਓ। ਅਖੀਰ ਜਿਸ ਤਰ੍ਹਾਂ ਮੈਨੂੰ ਵਾਹਿਗੁਰੂ ਨੇ ਸਮਝਾਇਆ ਅਸੀਂ ਮਾਤ ਲੋਕੀ ਜਾਣਾ ਪ੍ਰਵਾਨ ਕਰ ਲਿਆ। ਪ੍ਰਕਾਸ਼ ਸਾਡਾ ਪਟਨਾ ਸਾਹਿਬ ਹੋ ਗਿਆ। ਹੁਣ ਗੁਰੂ ਨਾਨਕ ਸਾਹਿਬ ਇੱਥੇ ਸਾਡੇ ਪਾਸੋਂ ਸੇਵਾਵਾਂ ਲੈ ਰਹੇ। ਮਹਾਰਾਜ ਕਹਿੰਦੇ ਜਦੋਂ ਮੈਂ ਨਾਮ ਦੇ ਰਾਜੇ ਦੀ ਬੇਨਤੀ ਨੂੰ ਸੁਣਿਆ ਮੈਨੂੰ ਉਹ ਪਿਛਲੀ ਗੱਲ ਯਾਦ ਆ ਗਈ ਕਿ ਮੈਨੂੰ ਅਕਾਲ ਪੁਰਖ ਨੇ ਕਿਸ ਤਰ੍ਹਾਂ ਹੇਮਕੁੰਟ ਸਾਹਿਬ ਦੇ ਪਰਬਤ ਤੋਂ ਮਾਤ ਲੋਕੀ 'ਚ ਭੇਜਿਆ, ਪਰ ਨਾਮ ਦੇ ਰਾਜੇ ਦੀ ਬੇਨਤੀ ਤੋਂ ਪਹਿਲਾਂ ਇੱਥੇ ਵੀ ਮੈਨੂੰ ਇੱਕ ਸੰਦੇਸ਼ ਅਕਾਲ ਪੁਰਖ ਦਾ ਆ ਗਿਆ ਸੀ। ਉਹ ਸੰਦੇਸ਼ ਕੀ ਸੀ? ਗੋਬਿੰਦ ਸਿੰਘ ਆਪਣੇ ਦੇਸ਼ ਤੋਂ ਚਾਲੇ ਪਾ ਦਿਓ। ਇੱਕ ਸਥਾਨ ਤੇ ਭੀੜਾ ਬਣੀ ਹੋਈ ਹੈ, ਕੋਈ ਸੰਤ ਤੁਹਾਨੂੰ ਬੜੇ ਸਾਲਾਂ ਤੋਂ ਯਾਦ ਕਰ ਰਹੇ ਨੇ, ਉਹ ਬਜ਼ੁਰਗ ਹੋ ਗਏ ਨੇ, ਉਹ ਅਨੰਦਪੁਰ ਸਾਹਿਬ ਜਾ ਨਹੀਂ ਸਕਦੇ, ਜਾਓ ਉੱਥੇ ਉਹਨਾਂ ਨੂੰ ਜਾ ਕੇ ਦਰਸ਼ਨ ਦਿਓ। ਤੇ ਰੂਹਾਂ ਹਜ਼ਾਰਾਂ ਸਾਲਾਂ ਤੋਂ ਤੜਫ ਰਹੀਆਂ ਹਨ, ਕਲਿਆਣ ਚਾਹੁੰਦੀਆਂ, ਜਾਓ ਉਹਨਾਂ ਦਾ ਰੂਹਾਂ ਦਾ ਕਲਿਆਣ ਕਰੋ। ਉਹ ਕਿਹੜਾ ਸਥਾਨ ਸੀ ਸਾਧ ਸੰਗਤ ਜੀ? ਉਹ ਇਹ ਪਵਿੱਤਰ ਸਥਾਨ ਜਿੱਥੇ ਤੁਸੀਂ ਇਸ ਵਕਤ ਖੁਸ਼ੀਆਂ ਦੇ ਜਗਾਰੇ ਜਾਵੇ, ਨਿਹਾਲ ਹੋ ਜਾਵੇ, ਸ਼ਹੀਦਾਂ ਸਿੰਘਾਂ ਦੇ ਚਰਨਾਂ ਨੂੰ ਭਾਵੇ। ਸਤਿ ਸ੍ਰੀ ਅਕਾਲ। और एक पवित्र स्थान जिथे तुसी इस वक्त सुभायमान हो। तो महाराज बेशक जंगल भी आबाना पे है ते नाम दे राजे दी रियासत है सब। ते गुरु जी जो है एक लिखते हैं अपनी जीवन कथा विच कि सानू इत्थे आने दा आदेश ते इत्थे भी पहले हो गया सी, पर नाम दा राजा बहाना बन गया। एक दिन 500 सेवक नाल लैके नीले घोड़े ते सवार होके दशमेश पिता आनंदपुर साहब दी रौनकां छड़ के नान पहुंच गए। राजे ने बड़ा भारी स्वागत किया, क्या सच्चे पातशाह तुहाडे दर्शन करके मैं निहाल हो गया हूं, पर इस तो पहला कि तुसी मेरा खोया है इलाका जो है 22 धार दे राजियां ते औरंगजेब पासों वापस जाण दा कोई प्रोग्राम बनाओ। मेरा जी करदा है मेरी सारी रियासत दा भ्रमण करो ते जिहड़ा स्थान तुहानू चंगा लगदा है उत्थे सुभायमान हो जाओ। कलगीधर पातशाह नान तो चल पैंदे हन, 500 सेवक नाल हन, नीले घोड़े ते सवार हन, सारी रियासत वेखते चले आ रहे हैं। ते जदों इत्थे पहुंचदे हन की वेखदे हन बड़ा सुंदर नज़ारा है, शांतिपूर्वक वातावरण है, हरियावल ही हरियावल है, दरिया जमुना का किनारा है, जंगल बियाबान है, बिल्कुल एकांत है। महाराज दे मन च बड़ी प्रसन्नता पैदा हुई। नीले घोड़े तो उतर के 10वें पातशाह जी ने इत्थे अपना पांव टिका दिता, इस स्थान को अपना निवास स्थान बना लिया। नेड़े और दूर बैठिया संगतां नूं पता लग गया कि आनंदपुर साहब तो चल के कलगीधर पातशाह ने नवे स्थान ते पांव टिका दिता। वो पांव टिका करते करते स्थान का नाम पौंटा साहिब पै गया। ताई लिखिया इतिहास कि पांव टिकाया सतगुरु श्री आनंदपुर ते आए, तां पौंटा नाम भयो सब देसन प्रगटाए। सारे देश की खबर फैल गई। गुरु जी के दर्शन करने वास्ते संगतां इत्थे आण लग गईयां। आनंदपुर साहब की तरह रौनकां बनन लग गईयां, जिस तरह तुसीं साधक जी नेड़े दूरों चल के अज गुरु साहब के दर्शन करने वास्ते इत्थे पहुंचे हो। ये गल 22 धार के राजियां नूं ते औरंगजेब नूं पता लग गई। उन्होंने ईर्खा वजों, कारण कोई नहीं है, ताई महाराज लिखते हैं कि फतेह शाह कोपा तब राजा लोपरा हमस्यों बिन काजा, बिना किसी कारण दे 25-26 हज़ार फौजा लैके गुरु गोबिंद सिंह जी महाराज ने बड़ा खतरनाक हमला बोल दिता। महाराज ने इस हमले नूं 19 किलोमीटर की दूरी ते जाके रोकिया। जिथों कलगीधर पातशाह ने तीर चलाए उस स्थान नूं तीरगढ़ी साहब कहंदे हैं, जिथे रात नूं विश्राम करते सन।
ਅਗਲੇ ਦਿਨ ਯੁੱਧ ਦਾ ਪ੍ਰੋਗਰਾਮ ਬਣਾਉਂਦੇ ਸਨ। ਉਸ ਨੂੰ ਭੰਗਾਣੀ ਸਾਹਿਬ ਕਹਿੰਦੇ ਨੇ, ਜਿਹੜਾ ਤੀਰਗੜੀ ਸਾਹਿਬ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ। ਇਤਿਹਾਸ ਵਿੱਚ ਇਸ ਜੰਗ ਨੂੰ ਭੰਗਾਣੀ ਸਾਹਿਬ ਦੀ ਜੰਗ ਕਿਹਾ ਗਿਆ ਹੈ। ਇਹ ਜ਼ੁਲਮ ਦੇ ਖਿਲਾਫ ਪਹਿਲੀ ਜੰਗ ਹੈ ਜੋ ਗੁਰੂ ਜੀ ਨੇ ਪਾਉਂਟਾ ਸਾਹਿਬ ਲੜੀ ਹੈ। ਆਪ 17 ਸਾਲ ਦੀ ਉਮਰ ਵਿੱਚ ਪਾਉਂਟਾ ਸਾਹਿਬ ਆਏ ਸਨ। 4.5 ਸਾਲ ਇੱਥੇ ਰਹੇ, 21.5 ਸਾਲ। ਬਾਕੀ ਜੋ 21 ਸਾਲ ਬਚੇ ਉਹਨਾਂ ਵਿੱਚ 13 ਯੁੱਧ ਜਾ ਕੇ ਆਪ ਜੀ ਨੇ ਪੰਜਾਬ ਵਿੱਚ ਲੜੇ। ਸਾਥੀ ਜੀ ਉਮਰ 42 ਸਾਲ ਦੀ, ਆਪ ਜੀ ਨੇ 14 ਯੁੱਧ ਜ਼ੁਲਮ ਦੇ ਖਿਲਾਫ ਲੜੇ ਹਨ। ਸਾਥੀ ਜੀ ਔਰ ਉਸ ਜ਼ਾਲਮ ਹਕੂਮਤ ਔਰੰਗਜ਼ੇਬ ਦੇ ਖਿਲਾਫ ਤੁਸੀਂ ਦੇਖ ਸਕਦੇ ਹੋ, ਅੰਦਾਜ਼ਾ ਲਗਾ ਸਕਦੇ ਹੋ ਕਿ ਮਾਰੇ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਭਾਰੀ ਖਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਵਧਾਉਣ ਵਾਸਤੇ ਆਪ ਜੀ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹੋਣਗੀਆਂ ਇਤਨੀ ਜ਼ਾਲਮ ਹਕੂਮਤ ਦੇ ਖਿਲਾਫ। ਸਾਰੇ ਜੰਗਾਂ ਵਿੱਚ ਗੁਰੂ ਜੀ ਨੂੰ ਫਤਿਹ ਪ੍ਰਾਪਤ ਹੋਈ। ਇਹ ਜੰਗ ਬੜਾ ਖਤਰਨਾਕ ਸੀ ਜਿਸ ਨੂੰ ਭੰਗਾਣੀ ਸਾਹਿਬ ਦਾ ਯੁੱਧ ਕਹਿੰਦੇ ਹਨ। ਤੇ ਅਕਾਲ ਪੁਰਖ ਦਾ ਧੰਨਵਾਦ ਕਰਦੇ ਹਨ ਜਦੋਂ ਗੁਰੂ ਜੀ ਯੁੱਧ ਜਿੱਤ ਜਾਂਦੇ ਹਨ। ਕਹਿੰਦੇ ਨੇ ਅਕਾਲ ਪੁਰਖ, ਯੁੱਧ ਤੇ ਸਾਰੇ ਹੀ ਖਤਰਨਾਕ ਹੁੰਦੇ ਹਨ ਪਰ ਇਹ ਭੰਗਾਣੀ ਸਾਹਿਬ ਦਾ ਯੁੱਧ ਤੇ ਬਹੁਤ ਹੀ ਖਤਰਨਾਕ ਸੀ। ਬੜੇ ਬੜੇ ਬਹਾਦਰ ਯੋਧੇ ਮੈਨੂੰ ਮਾਰਨ ਵਾਸਤੇ ਆ ਗਏ ਸਨ। ਮੈਂ ਤੁਹਾਡਾ ਕੋਟਾਨ ਕੋਟ ਧੰਨਵਾਦ ਕਰਦਾ ਕਿ ਇਹਨਾਂ ਸਾਰਿਆਂ ਨੂੰ ਮੇਰੇ ਹੱਥੋਂ ਤੁਸੀਂ ਲਤਾੜ ਦਿੱਤਾ। ਮਹਾਰਾਜ ਬੜੇ ਭਾਰੀ ਪ੍ਰਸੰਨ ਹਨ, ਖੁਸ਼ੀ ਦੇ ਗੀਤ ਗਾਉਂਦੇ ਹੋਏ ਵਾਪਸ ਆ ਰਹੇ ਹਨ। ਕਿਹੜੇ ਗੀਤ ਗਾਏ? ਰਣਕ ਜੀਤ ਆਏ ਜੈਮ ਗੀਤ ਗਾਏ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਹਰੀ ਚੰਦ ਮਾਰੇ ਸੋ ਜੋਧਾ ਲਤਾੜਿਆ। ਮਹਾਰਾਜ ਜਿਨ੍ਹਾਂ ਖੁਸ਼ੀਆਂ ਦੇ ਗੀਤ ਵਿੱਚ ਉਹਨਾਂ ਯੋਧਿਆਂ ਦੇ ਨਾਮ ਲੈਂਦੇ ਹਨ ਜਿਹੜੇ ਗੁਰੂ ਜੀ ਨੂੰ ਮਾਰਨ ਵਾਸਤੇ ਆ ਗਏ ਸਨ। ਕਿਹੜੇ ਕਿਹੜੇ ਬਹਾਦਰ ਯੋਧੇ? ਹਰੀ ਚੰਦ, ਭੀਮ ਚੰਦ, ਫਤਿਹ ਸ਼ਾਹ, ਹੰਡੂਰੀਏ, ਕਹਿਲੂਰੀਏ, ਇਹ ਸਾਰੇ ਰਿਆਸਤਾਂ ਦੇ ਰਾਜੇ ਔਰੰਗਜ਼ੇਬ ਦੇ ਨਾਲ ਮਿਲ ਕੇ ਮੈਨੂੰ ਮਾਰਨ ਵਾਸਤੇ ਆ ਗਏ ਸਨ। ਮੈਂ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ। ਗੁਰੂ ਜੀ ਯੁੱਧ ਜਿੱਤਣ ਤੋਂ ਬਾਅਦ ਇਹ ਨਹੀਂ ਕਹਿੰਦੇ ਗੋਬਿੰਦ ਸਿੰਘ ਦੀ ਫਤਿਹ ਹੈ, ਜਦੋਂ ਕਿ 1.25 ਲੱਖ ਸੇ ਇੱਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉਣ ਦੀ ਜੁਰਤ ਪੈਦਾ ਕਰਦੇ ਹਨ। ਪਰ ਜੇ ਯੁੱਧ ਜਿੱਤਦੇ ਹਨ ਤੇ ਕਹਿੰਦੇ ਨੇ ਅਕਾਲ ਪੁਰਖ ਕੇ ਖਾਲਸਾ ਵੀ ਤੁਹਾਡਾ ਹੈ ਤੇ ਫਤਿਹ ਵੀ ਤੁਹਾਡੀ ਹੈ। ਸਾਧ ਸੰਗਤ ਜਿਸ ਪ੍ਰਕਾਰ ਗੁਰੂ ਸਾਹਿਬ ਉੱਥੇ ਉਪਦੇਸ਼ ਦਿੰਦੇ ਹਨ ਕਿ ਆਉਣ ਵਾਲੇ ਵਕਤ ਵਿੱਚ ਗੱਜ ਵੱਜ ਕੇ ਫਤਿਹ ਬੁਲਾਉਂਦੇ ਰਿਹਾ ਕਰੋ, ਕਿਉਂਕਿ ਇਸ ਫਤਿਹ ਵੀ 2 ਵਾਰੀ ਵਾਹਿਗੁਰੂ ਦਾ ਨਾਮ ਆਉਂਦਾ ਹੈ। ਸਾਧ ਸੰਗਤ ਜੀ ਪਰ ਮਹਾਰਾਜ ਕਹਿੰਦੇ ਨੇ ਕਿ ਗੱਜ ਵੱਜ ਕੇ ਫਤਿਹ ਬੁਲਾਉਂਦੇ ਰਹੋਗੇ, ਤੁਹਾਡੀ ਹਰ ਮੈਦਾਨ ਫਤਿਹ ਵੀ ਹੁੰਦੀ ਰਹੇਗੀ ਔਰ ਇਹ ਤੁਹਾਡੀ ਰਸਨਾ ਵੀ ਪਵਿੱਤਰ ਹੁੰਦੀ ਰਹੇਗੀ। ਇਸ ਕਰਕੇ ਪਾਉਂਟਾ ਸਾਹਿਬ ਤੋਂ ਆਪ ਜੀ ਨੇ ਸੰਦੇਸ਼ ਜ਼ਰੂਰ ਲੈ ਕੇ ਜਾਣਾ ਹੈ ਕਿ ਜਿਸ ਤਰ੍ਹਾਂ ਹੁਣੇ ਵੀਰ ਜੀ ਗੱਜ ਵੱਜ ਕੇ ਫਤਿਹ ਬੁਲਾ ਰਹੇ ਸਨ, ਜਦੋਂ ਕਦੇ ਸੁਭਾਗ ਪ੍ਰਾਪਤ ਹੋਵੇ ਔਰ ਇਸ ਸੁਭਾਗ ਪ੍ਰਾਪਤ ਹੋਣ ਦੀ ਉਡੀਕ ਕਰਦੇ ਰਿਹਾ ਕਰੋ ਕਿ ਅਸੀਂ ਕਦੋਂ ਸੁਭਾਗ ਪ੍ਰਾਪਤ ਹੋਵੇ ਤੇ ਅਸੀਂ ਗੱਜ ਵੱਜ ਕੇ ਫਤਿਹ ਬੁਲਾਇਆ ਕਰੀਏ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਜੀ ਵਾਪਸ ਪਹੁੰਚਦੇ ਹਨ। ਸੂਚਨਾ ਮਿਲੀ ਬਾਲਕ ਦਾ ਜਨਮ ਹੋਇਆ, ਕਿਉਂਕਿ ਜੰਗ ਜਿੱਤ ਕੇ ਆਏ ਸਨ। ਬਾਲਕ ਦਾ ਨਾਮ ਰੱਖਿਆ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ। 4 ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਜੋ ਜਨਮ ਸਥਾਨ ਹੈ ਇਹ ਹੈ, ਜਿਹੜਾ ਅਸੀਂ ਹਰ ਸਾਲ 11 ਫਰਵਰੀ ਨੂੰ ਬਾਬਾ ਅਜੀਤ ਸਿੰਘ ਦਾ ਜਨਮ ਦਿਨ ਬੜੀ ਚੜ੍ਹਦੀ ਕਲਾ ਵਿੱਚ ਸਾਧ ਸੰਗਤ ਜੀ ਮਨਾਉਂਦੇ ਹਾਂ। ਇਸ ਤਰ੍ਹਾਂ ਇਤਿਹਾਸ ਦਾ ਸਾਰਾ ਰਿਜ਼ਲਟ ਜਿੱਥੇ ਤੁਸੀਂ ਬੈਠੇ ਹੋਏ ਹੋ ਇਹ ਕਵੀ ਦਰਬਾਰ ਸਥਾਨ, ਕਿਉਂਕਿ ਮੇਨ ਦਰਬਾਰ ਦੀ ਇਸ ਵਕਤ ਜੋ ਹੈ ਰੈਨੋਵੇਸ਼ਨ ਹੋ ਰਹੀ ਹੈ। ਸਾਰਾ ਸਮਾਗਮ ਦਿਨ ਦੀ ਮਰਿਆਦਾ ਇੱਥੇ ਕੀਤੀ ਜਾਂਦੀ ਹੈ। ਇੱਥੇ ਹਰ ਪੂਰਨਮਾਸ਼ੀ ਦੀ ਰਾਤ ਨੂੰ 10ਵੇਂ ਪਾਤਸ਼ਾਹ ਕਵੀ ਦਰਬਾਰ ਸਜਾਉਂਦੇ ਹਨ। ਉਹਨਾਂ ਦੇ ਦਰਬਾਰ 52 ਕਵੀ ਕਵੀਆਂ ਦਾ ਬੜਾ ਮਾਨ ਸਨਮਾਨ ਕਰਦੇ ਹਨ। ਇੱਕ ਕਵੀ ਦੀ ਕਵਿਤਾ ਤੇ ਖੁਸ਼ ਹੋ ਕੇ ਜਿਹਦਾ ਨਾਮ ਚੰਦਨ ਕਵੀ ਸੀ, 65,000 ਸੋਨੇ ਦੀਆਂ ਮੋਹਰਾਂ ਇਨਾਮ ਦਿੱਤੀਆਂ। ਆਪ ਕਵੀਆਂ ਦੇ ਸਰਤਾਜ ਹਨ ਪਰ ਕਵੀਆਂ ਦਾ ਇਤਨਾ ਸਨਮਾਨ ਕਰਦੇ ਹਨ ਕਿ ਇਨ ਕਵੀਆਂ ਨੇ ਕਿਹਾ ਸੱਚੇ ਪਾਤਸ਼ਾਹ ਜਦੋਂ ਅਸੀਂ ਕਵਿਤਾ ਪੜ੍ਹਦੇ ਹਾਂ ਜਮਨਾ ਬੜਾ ਸ਼ੋਰ ਮਚਾਉਂਦੀ ਹੈ। ਮਹਾਰਾਜ ਨੇ ਜਮਨਾ ਨੂੰ ਸੰਬੋਧਨ ਕੀਤਾ। ਜਮਨਾ ਇਹ ਬੜੇ ਆਲਮ ਫਾਜ਼ਲ ਕਵੀ ਹਨ, ਤੁਹਾਡਾ ਸ਼ੋਰ ਇਹਨਾਂ ਦੀ ਕਵਿਤਾ ਲਿਖਣ ਤੇ ਬੋਲਣ ਵਿੱਚ ਵਿਘਨ ਪਾਉਂਦਾ ਹੈ, ਤੁਸੀਂ ਇੱਥੋਂ ਆਰਾਮ ਨਾਲ ਲੰਘਿਆ ਕਰੋ। ਆਪ ਜੀ ਹੈਰਾਨ ਹੋਵੋਗੇ 337 ਸਾਲ ਬਤੀਤ ਹੋ ਗਏ ਹਨ। ਇਹ ਜਮਨਾ ਨਿਮਾਣੀ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਦੀ ਚਲੀ ਆਈ ਹੈ। ਕਿਤਨਾ ਵੀ ਹੜ ਆ ਜਾਏ ਪਿੱਛੇ ਸ਼ੋਰ ਮਚਾਉਂਦੀ ਹੈ, ਅੱਗੇ ਸ਼ੋਰ ਮਚਾਉਂਦੀ ਹੈ, ਇੱਥੋਂ ਜਮਨਾ ਸ਼ਾਂਤ ਹੋ ਕੇ ਲੰਘਦੀ ਹੈ। ਬਸ ਆਸੀ ਜੀ ਇਹ ਵੀ ਅਸੀਂ ਜੋ ਹੈ ਆਪਣੇ ਮਨ ਵਿੱਚ ਵਿਚਾਰ ਕਰਿਆ ਕਰੀਏ ਔਰ ਗੁਰੂ ਜੀ ਦੀ ਅੱਗੇ ਅਰਦਾਸ ਕਰਿਆ ਕਰੀਏ। ਸੱਚੇ ਪਾਤਸ਼ਾਹ 337 ਸਾਲ ਪਹਿਲੇ ਤੁਸੀਂ ਜਮਨਾ ਨੂੰ ਕੋਈ ਆਦੇਸ਼ ਦਿੱਤਾ ਸੀ, ਇਹ ਉਸ ਦੀ ਪਾਲਣਾ ਕਰਦੀ ਆ ਰਹੀ ਹੈ। ਸਾਡੇ ਵਾਸਤੇ ਵੀ ਤੁਸੀਂ ਕੁਝ ਆਦੇਸ਼ ਦਿੱਤੇ ਹਨ। ਸਾਡੇ ਅੰਦਰ ਸਮਰੱਥਾ ਬਖਸ਼ੋ ਕਿ ਜਮਨਾ ਵਰਗੀ ਪ੍ਰਵਿਰਤੀ ਸਾਡੇ ਅੰਦਰ ਪ੍ਰਵੇਸ਼ ਕਰ ਜਾਏ, ਅਸੀਂ ਵੀ ਆਪ ਜੀ ਦੇ ਬਚਨਾਂ ਦੀ ਪਾਲਣਾ ਕਰਨ ਲੱਗ ਜਾਈਏ ਤਾਂ ਕਿ ਸਾਡੀ ਜੀਵਨ ਯਾਤਰਾ ਵੀ ਸਫਲ ਹੋ ਜਾਏ। ਸਾਰਾ ਰਿਜ਼ਲਟ ਪਾਉਂਟਾ ਸਾਹਿਬ ਦੇ ਇਤਿਹਾਸ ਦਾ 4.5 ਸਾਲ ਇੱਥੇ ਰਹਿ ਕੇ
ਜੀਵਨ ਦਾ ਦਸਵੰਧ ਬਤੀਤ ਕਰਕੇ ਦੇਸ਼ ਕੌਮ ਤੇ ਪੰਥ ਦੀ ਸੇਵਾ ਕਰਕੇ ਨਾਮ ਦੇ ਰਾਜੇ ਦਾ ਖੋਇਆ ਇਲਾਕਾ ਵਾਪਸ ਕਰਵਾ ਕੇ ਸੰਤਾਂ ਮਹਾਂਪੁਰਸ਼ਾਂ ਨੂੰ ਦਰਸ਼ਨ ਦੇ ਕੇ ਬਹੁਤ ਸਾਰੀ ਗੁਰਬਾਣੀ ਦੀ ਰਚਨਾ ਗੁਰੂ ਜੀ ਨੇ ਪਾਉਂਟਾ ਸਾਹਿਬ ਕੀਤੀ। ਸਾਥੀ ਜੀ ਸਾਹਿਤ ਦੀ ਰਚਨਾ, ਕਿਉਂਕਿ ਥੋੜਾ ਜਿਹਾ ਸ਼ਾਂਤੀ ਵਾਲਾ ਸਮਾਂ ਮਿਲ ਗਿਆ ਨਾ, 4.5 ਸਾਲ ਰਹੇ, ਬਾਕੀ ਤੇ 13 ਯੁੱਧ ਜੋ 21 ਸਾਲ ਦੀ ਉਮਰ ਵਿੱਚ ਉੱਥੇ ਲੜਨੇ ਪਏ। ਇੱਥੇ ਕਿਹੜੀ ਗੁਰਬਾਣੀ ਗੁਰੂ ਸਾਹਿਬ ਜੀ ਨੇ ਰਚੀ? ਜਾਪ ਸਾਹਿਬ, ਸਵਈਏ, ਅਕਾਲ ਉਸਤਤ, ਚੰਡੀ ਦੀ ਵਾਰ, ਬਚਿੱਤਰ ਨਾਟਕ ਦਾ ਬਹੁਤ ਸਾਰਾ ਹਿੱਸਾ ਤੇ ਕੌਮ ਲਈ ਭਵਿੱਖ ਦਾ ਪ੍ਰੋਗਰਾਮ ਲਿਖ ਕੇ ਇਸ ਧਰਤੀ ਨੂੰ ਇਹ ਆਸ਼ੀਰਵਾਦ ਦੇ ਕੇ 10ਵੇਂ ਪਾਤਸ਼ਾਹ 4.5 ਸਾਲਾਂ ਬਾਅਦ ਅਨੰਦਪੁਰ ਸਾਹਿਬ ਚਲੇ ਗਏ ਕਿ ਦੇਸ਼ ਚਾਲ ਹਮ ਤੇ ਪੁਨ ਭਈ ਸ਼ਹਿਰ ਪੌਂਟਾ ਕੀ ਸੁਧ ਲਈ। ਸਾਨੂੰ ਵਾਹਿਗੁਰੂ ਦਾ ਹੁਕਮ ਹੋਇਆ ਸੀ ਤਾਂ ਅਸੀਂ ਆਪਣੇ ਦੇਸ਼ ਤੋਂ ਚੱਲ ਪਏ ਸਾਂ। ਕਿਹੜਾ ਸੀ ਦੇਸ਼ ਉਹਨਾਂ ਦਾ? ਅਨੰਦਪੁਰ ਸਾਹਿਬ ਪੰਜਾਬ। ਤੇ ਗੁਰੂ ਜੀ ਕਹਿੰਦੇ ਨੇ ਅਸੀਂ ਸ਼ਹਿਰ ਪੌਂਟਾ ਕੀ ਸੁਧ ਲਈ ਅਸੀਂ ਇੱਥੇ ਦੀ ਸੇਵਾ ਕੀਤੀ। 337 ਸਾਲ ਪਹਿਲੇ ਤੋਂ ਉਹਨਾਂ ਨੂੰ ਵਾਹਿਗੁਰੂ ਦਾ ਆਦੇਸ਼ ਹੋਇਆ, ਤੁਹਾਨੂੰ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ। ਤੁਸੀਂ ਆਪਣੇ ਰੁਝੇਵੇਂ ਛੋੜ ਕੇ ਆਏ ਹੋ, ਆਪਣੇ ਸਰੀਰ ਨੂੰ ਕਸ਼ਟ ਦੇ ਕੇ ਆਏ ਹੋ। ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਤੁਹਾਡੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ, ਦੀ ਰੋਗਤਾ ਬਖਸ਼ਣ, ਖਜ਼ਾਨੇ ਭਰਪੂਰ ਕਰਨ, ਦੇਸ਼ ਕੌਮ ਤੇ ਪੰਥ ਦੀ ਸੇਵਾ ਕਰਨ ਦਾ ਜਜ਼ਬਾ ਬਖਸ਼ਣ। ਜਿਨ੍ਹਾਂ ਨੂੰ ਖੰਡੇ ਬਾਟੇ ਦੀ ਪਹੁੰਚ ਨਹੀਂ ਪ੍ਰਾਪਤ ਹੋਈ ਉਹ ਅਰਦਾਸ ਕਰਨ, ਬਹੁਤ ਵੱਡੀ ਦਾਤ ਹੈ, ਪ੍ਰਾਪਤ ਹੋ ਜਾਵੇ ਤੇ ਤੁਹਾਡਾ ਵਿਸ਼ਵਾਸ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਥਾएं ਅੱਗੇ ਨਾਲੋਂ ਵੱਧ ਜਾਏ ਤੇ ਸਮਝ ਲਓ ਆਪ ਜੀ ਦੀ ਜੀਵਨ ਯਾਤਰਾ ਜੋ ਹੈ ਇਹ ਸਫਲ ਹੋ ਗਈ ਹੈ। ਅੱਖਰ ਵਾਦੇ ਘਾਟੇ ਦਾਸ ਖਿਮਾ ਦੇ ਚਾਚੇ ਇੱਕ ਜ਼ਰੂਰੀ ਬੇਨਤੀ, ਥੱਲੇ ਜਮਨਾ ਵੱਲ ਨਾ ਜਾਣਾ, ਨਾ ਆਪ ਜਾਣਾ ਨਾ ਬੱਚਿਆਂ ਨੂੰ ਜਾਣ ਦੇਣਾ। ਜੇ ਜਾਓ ਤੇ ਦੂਰੋਂ ਦਰਸ਼ਨ ਕਰਨਾ। ਭਾਈ ਸਾਹਿਬ ਜੀ ਮੁਖਵਾ ਕਰਨਗੇ, ਕੀਰਤਨ ਸੋਲਾ ਹੋਏਗਾ, ਅਰਦਾਸ ਹੋਏਗੀ, ਫਿਰ ਨਿਧਾ ਪ੍ਰਤੀ ਹੋਣ ਵਾਲੀ ਚੌਕੀ ਸਾਹਿਬ ਹੋਏਗੀ। ਆਓ ਸਾਰੇ ਗੱਜ ਕੇ ਫਤਿਹ ਬੁਲਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ